ਸਤਿ ਸ਼੍ਰੀ ਅਕਾਲ ਜੀ। ਮੈਂ ਅਮਨਦੀਪ ਕੌਰ ਕੋਟਕਪੂਰਾ। ਅੱਜ ਦਾ ਜਿਹੜਾ ਇੱਕ ਸੱਚ ਆ, ਬਹੁਤ ਕੌੜਾ ਸੱਚ ਆ। ਜਦੋਂ ਵੀ ਕੋਈ ਵੀ ਬੰਦਾ ਕੁਝ ਚਾਹੁੰਦਾ ਹੈ, ਕੰਮ ਕਰਨਾ ਚਾਹੁੰਦਾ ਹੈ ਨਾ, ਸਭ ਤੋਂ ਪਹਿਲਾਂ ਉਹਦਾ ਮਜ਼ਾਕ ਉਡਾਇਆ ਜਾਂਦਾ ਹੈ, ਉਹਨੂੰ ਕਿੰਤੂ ਪਰੰਤੂ ਕੀਤੀ ਜਾਂਦੀ ਆ। ਫਿਰ ਦੂਜੇ ਨੰਬਰ 'ਤੇ ਉਹਦੀ ਵਿਰੋਧਤਾ ਕੀਤੀ ਜਾਂਦੀ ਆ, ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ, ਉਹਨੂੰ ਟੋਕਿਆ ਜਾਂਦਾ ਹੈ। ਫਿਰ ਐਂਡ 'ਤੇ ਉਹਨੂੰ ਸਵੀਕਾਰ ਕੀਤਾ ਜਾਂਦਾ, ਉਹਦੇ ਕੰਮ ਨੂੰ ਸਵੀਕਾਰ ਕੀਤਾ ਜਾਂਦਾ। ਫਿਰ ਉਹਨੂੰ ਐਪਰੀਸ਼ੀਏਟ ਕਰਦੇ ਆ। ਸਭ ਕੁਝ ਕਰਨ ਤੋਂ ਬਾਅਦ ਸ਼ਾਬਾਸ਼ ਦਿੰਦੇ। ਜਦੋਂ ਬੰਦਾ ਸਕਸੈਸ ਹੋ ਜਾਂਦਾ, ਉਦੋਂ ਕਹਿੰਦੇ ਆ ਨਹੀਂ ਬਈ ਇਹ ਸਹੀ ਸੀ, ਅਸੀਂ ਗਲਤ ਸੀ। ਇਹ ਬਿਲਕੁਲ ਸੱਚ ਆ। ਸਤਿ ਸ਼੍ਰੀ ਅਕਾਲ ਜੀ। 2007 ਦੀ ਇਹ ਅਮਰੀਕਾ ਦੀ ਗੱਲ ਆ। ਅਮਰੀਕਾ ਦੇ ਇੱਕ ਸਕਾਈ ਟ੍ਰੇਨ ਸਟੇਸ਼ਨ ਤੇ ਖੜੇ ਹੋ ਕੇ ਇੱਕ ਬੰਦੇ ਨੇ ਵਾਇਲਨ ਵਜਾਇਆ। 45 ਮਿੰਟ ਉਹ ਬੰਦੇ ਨੇ ਉੱਥੇ ਖੜੇ ਹੋ ਕੇ ਵਾਇਲਨ ਵਜਾਇਆ। ਲੋਕ ਉਥੋਂ ਲੰਘਦੇ ਰਹੇ, ਥੋੜਿਆਂ ਕਿ ਨੇ ਉਹਨੂੰ ਸੁਣਿਆ, ਥੋੜਿਆਂ ਕਿ ਨੇ ਉਹਦੇ ਲਈ ਤਾੜੀ ਵਜਾਈ। ਤੇ 45 ਮਿੰਟਾਂ ਤੋਂ ਬਾਅਦ ਉਹਨੂੰ $30 US ਜਿਹੜੇ ਡਾਲਰ ਸੀਗੇ ਉਹ ਟਿਪ ਮਿਲਿਆ। ਤੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਕਿਸੇ ਨੇ ਉਹਨੂੰ ਨਹੀਂ ਪਛਾਣਿਆ ਕਿ ਜਿਹੜਾ ਉਹ ਬੰਦਾ ਉੱਥੇ ਵਾਇਲਨ ਵਜਾ ਰਿਹਾ ਸੀ ਉਹ ਵਰਲਡ ਦਾ ਗ੍ਰੇਟੈਸਟ ਮਿਊਜ਼ੀਸ਼ੀਅਨ ਸੀ, ਜੋਸ਼ੂਆ ਬੈਲ। ਤੇ ਜੋਸ਼ੂਆ ਬੈਲ ਨੇ 2 ਦਿਨ ਪਹਿਲਾਂ ਹੀ ਹਲੇ ਬੋਸਟਨ ਦੇ ਵਿੱਚ ਸ਼ੋਅ ਕੀਤਾ ਸੀ, ਜੋ ਕਿ ਫੁੱਲੀ ਸੋਲਡ ਆਊਟ ਗਿਆ ਸੀ। ਤੇ ਇੱਕ ਸੀਟ ਜਿਹੜੀ ਸੀ ਉਹਦੀ $100 US ਉਹ ਵਿਕੀ ਸੀ। ਤੇ ਜਿਹੜਾ ਉਹਨੇ ਇੱਥੇ 45 ਮਿੰਟ ਖੜੇ ਹੋ ਕੇ ਵਾਇਲਨ ਵਜਾਇਆ ਸੀ, ਉਹ ਉਹਦਾ ਮਾਸਟਰਪੀਸ ਸੀ, ਜਿਹਦੀ ਵੈਲਿਊ $3.5 ਮਿਲੀਅਨ ਸੀ। ਇਸ ਜਿਹੜਾ ਐਕਸਪੈਰੀਮੈਂਟ ਜੋਸ਼ੂਆ ਨੇ ਕੀਤਾ ਸੀਗਾ, ਇਹ ਤੋਂ ਆਪਾਂ ਇੱਕ ਗੱਲ ਇਹ ਸਿੱਖ ਸਕਦੇ ਹਾਂ ਕਿ ਸਾਡੇ ਟੈਲੈਂਟ ਦੀ ਕਦਰ ਉੱਥੇ ਪਊਗੀ ਜੇ ਉਹ ਰਾਈਟ ਪਲੇਸ ਤੇ ਆ। ਸਾਡੀ ਮਿਹਨਤ, ਸਾਡੀ ਆਰਟ, ਸਾਡਾ ਟੈਲੈਂਟ ਜੇਕਰ ਉਹਦਾ ਸਹੀ ਮੁੱਲ ਨਹੀਂ ਪੈ ਰਿਹਾ ਤਾਂ ਇਟ ਮੀਨਸ ਉਹ ਰਾਈਟ ਪਲੇਸ ਤੇ ਨਹੀਂ ਹੈਗਾ। ਸਾਨੂੰ ਉਹ ਜਿਹੜਾ ਐਨਵਾਇਰਨਮੈਂਟ ਆ ਉਹ ਸਾਡੇ ਲਈ ਬਿਲੋਂਗ ਨਹੀਂ ਕਰਦਾ। ਸਾਨੂੰ ਉੱਥੋਂ ਆਪਣੇ ਲਈ ਬੈਟਰ ਐਨਵਾਇਰਨਮੈਂਟ ਲੱਭਣਾ ਚਾਹੀਦਾ ਹੈ ਜਿੱਥੇ ਸਾਡੇ ਟੈਲੈਂਟ ਦੀ ਕਦਰ ਪੈ ਸਕੇ। ਹੁਣ ਤੁਸੀਂ ਆਮ ਸੁਣਿਆ ਹੋਣਾ ਨਾ, ਕਹਿੰਦੇ ਆ ਕਿ ਪਾਣੀ ਘਰ ਦੇ ਵਿੱਚ ਫ੍ਰੀ ਮਿਲਦਾ ਆ। ਇਹੀ ਬੋਟਲ ਪਾਣੀ ਦੀ ਅਸੀਂ ਜੇ ਸਟੋਰ ਤੋਂ ਬਾਏ ਕਰਨੀ ਹੋਵੇ ਤਾਂ $1 ਦੀ ਮਿਲਦੀ ਆ। ਜਿਮ ਤੇ ਬਾਏ ਕਰਨੀ ਹੋਵੇ $2-3 ਦੀ ਆ ਬੋਟਲ ਉਹ। ਤੇ ਜੇ 에ਅਰਪੋਰਟ ਤੋਂ ਬਾਏ ਕਰੀਏ $5 ਦੀ ਆ ਬੋਟਲ। ਤਾਂ ਉਹੀ ਆ, ਪਰ ਉਹ ਪਈ ਕਿੱਥੇ ਆ ਇਹ ਡਿਪੈਂਡ ਕਰਦਾ ਆ। ਉਹਦਾ ਥਾਂ ਉਹਦੀ ਵੈਲਿਊ ਨੂੰ ਜਿਹੜਾ ਆ ਉਹ ਫਿਕਸ ਕਰਦਾ ਆ ਵੀ ਉਹ ਪਈ ਕਿੱਥੇ ਆ। ਸੋ ਸਾਨੂੰ ਵੀ ਚਾਹੀਦਾ ਆ, ਜੇਕਰ ਸਾਡੀ ਕਦਰ ਨਹੀਂ ਹੈਗੀ, ਕਿਤੇ ਸਾਡੇ ਟੈਲੈਂਟ ਦੀ ਕਦਰ ਨਹੀਂ ਹੈਗੀ, ਤਾਂ ਇਟ ਮੀਨਸ ਹੋ ਸਕਦਾ ਆ ਅਸੀਂ ਆਪਣੇ ਆਪ ਨੂੰ ਸਹੀ ਐਨਵਾਇਰਨਮੈਂਟ ਵਿੱਚ ਨਹੀਂ ਰੱਖਿਆ ਹੈਗਾ। ਤਾਂ ਸਾਨੂੰ ਬੈਟਰ ਐਨਵਾਇਰਨਮੈਂਟ ਲੱਭਣਾ ਚਾਹੀਦਾ ਆਪਣੇ ਲਈ। ਤੇ ਦੂਜਾ ਟੇਕ ਅਵੇ ਇਸ ਸਟੋਰੀ ਦੇ ਵਿੱਚ ਇਹ ਆ, ਜੋ ਮੈਨੂੰ ਜ਼ਿਆਦਾ ਪਸੰਦ ਆ, ਉਹ ਇਹ ਹੈਗਾ ਹੈ ਕਿ ਜਦੋਂ ਸਾਨੂੰ ਚੀਜ਼ ਕੋਈ ਆਸਾਨੀ ਨਾਲ ਮਿਲ ਜਾਂਦੀ ਹੈ, ਜਾਂ ਜਿਹੜੀਆਂ ਸਾਨੂੰ ਪਰਮਾਤਮਾ ਨੇ ਫ੍ਰੀ ਚੀਜ਼ਾਂ ਦਿੱਤੀਆਂ ਆ, ਤਾਂ ਅਸੀਂ ਉਹਨਾਂ ਦੀ ਕਦਰ ਨਹੀਂ ਕਰਦੇ, ਅਸੀਂ ਉਹਨਾਂ ਨੂੰ ਗ੍ਰਾਂਟਡ ਲੈ ਲੈਂਦੇ ਹਾਂ। ਜੇਕਰ ਅਸੀਂ ਆਲੇ ਦੁਆਲੇ ਦੀਆਂ ਚੀਜ਼ਾਂ ਜੋ ਵੀ ਹੈ ਸਾਡੇ ਇਰਦ ਗਿਰਦ, ਜੋ ਪਰਮਾਤਮਾ ਨੇ ਸਾਨੂੰ ਫ੍ਰੀ ਦਿੱਤਾ ਆ, ਸਾਨੂੰ ਉਹਦਾ ਐਪਰੀਸ਼ੀਏਟ ਕਰਨਾ ਚਾਹੀਦਾ ਆ, ਥੈਂਕਫੁਲ ਹੋਣਾ ਚਾਹੀਦਾ ਆ। ਜਦੋਂ ਸਾਡਾ ਗ੍ਰੈਟੀਟਿਊਡ ਵਾਲਾ ਐਟੀਟਿਊਡ ਬਣ ਜਾਊਗਾ ਤਾਂ ਜਿਹੜੀ ਸਾਡੀ ਲਾਈਫ ਆ ਉਹ ਸਾਨੂੰ ਹੋਰ ਸੋਹਣੀ ਦਿਖੂਗੀ। ਸਾਨੂੰ ਭੱਜਣਾ ਨਹੀਂ ਪੈਣਾ ਕਿਤੇ ਦੂਰ ਜਾਣ ਲਈ ਵੀ ਅਸੀਂ ਸੋਹਣੀ ਚੀਜ਼ ਪੈਸੇ ਲਾ ਕੇ ਦੇਖ ਕੇ ਆਈਏ। ਹੋ ਸਕਦਾ ਉਹ ਤੋਂ ਵਧੀਆ ਹੀ ਚੀਜ਼ ਸਾਨੂੰ ਪਰਮਾਤਮਾ ਨੇ ਏਦਾਂ ਦਿੱਤੀ ਹੋਵੇ ਤੇ ਅਸੀਂ ਉਹਦੇ ਲਈ ਥੈਂਕਫੁਲ ਨਹੀਂ ਤੇ ਉਹਨੂੰ ਨਜ਼ਰ ਅੰਦਾਜ਼ ਕਰ ਰਹੇ ਹਾਂ। ਥੈਂਕਸ ਫॉर ਵਾਚਿੰਗ। ਸਤਿ ਸ਼੍ਰੀ ਅਕਾਲ। अस्सलाम वालेकुम। एक बहुत ही खूबसूरत बयान मैंने सुना अभी और मेरा दिल चाहा कि मैं आपके साथ शेयर करूं। एक आदमी था जो जुगतें मारा करता था, जुगतें करता था, लोगों को हंसाता रहता था, दिन रात उसका यही काम था। तो एक बार अपने पीर मुर्शिद के पास गया और उसने कहा कि मुझे हज करना है और मुझे बहुत ज़्यादा ख्वाहिश है इस बात की कि मैं हज पे जाऊँ। तो उन्होंने फरमाया कि तुम क्या करोगे जाके, तुम तो वहाँ भी जुगते मारते रहोगे, लोगों को हंसाते रहोगे और मतलब लोगों को इधर उधर बहकाते रहोगे। तो उसने कहा नहीं नहीं, मैं वादा करता हूँ कि मैं वहाँ जाके तौबा करूँगा और मैं कोई ऐसा काम नहीं करूँगा वहाँ जाके। बहरहाल उन्होंने अपने काफ़िले के साथ, अपने मरीदों के साथ उस आदमी को हज के लिए रवाना कर दिया। वहाँ जब वो गया तो उसको टेंट कराई गई, उसको खच्चर पे बिठाया गया
बहरहाल उसने हज किया, तवाफ़ किए। जब वो वापस आने लगा तो रास्ते में वो दिल ही दिल में ये सोच रहा था कि हमारे गांव में, या अल्लाह, हमारे गांव में जब कोई गुनाह करता है तो उसको गंजा भी किया जाता है, उसको खोते पर भी बिठा दिया जाता है, तो और उसको चक्कर भी कटवाए जाते हैं। तो ए रब्बे करीम, मैं अपनी बोली में उसने बोला कि मैनू गंजा भी किया गया, खच्चर ते भी बिठाया गया, फेरे भी लगवाए गए, जे हुण भी बख्शिश ना होवे ते अल्लाह तेरी शान। तो उसके साथ ही एक वली अल्लाह सफ़र कर रहे थे, साथ ही दूसरे उस पे। तो उसने उस खच्चर का जो मालिक था उससे उसने पूछा कि ये कौन है। उन्होंने कहा कि ये एक जुगती है जो कि अपने इलाके में जुगतें किया करता था, तो ये हज करने आया था। तो उन्होंने कहा नहीं, ये तो इस वक्त उस मकाम पर है, उस जगह पर है जहाँ हम सालों की रियासत के बाद भी नहीं पहुँचे, सालों के चिल्ले काटने और नेकियां करने के बाद भी हम वहाँ नहीं पहुँचे। इस वक्त ये बंदा जहाँ पहुँचा हुआ है, इसने अपने अल्लाह के हुजूर में वो बात कह दी और वो कुछ बख्शवा लिया और वो कुछ हासिल कर लिया जो हम सालों में भी हासिल ना कर सके, जो हम सालों में भी वो दर्द, वो कर्ब बयान ना कर पाए, जो इस शख्स ने इस वक्त चंद अल्फाजों में बयान किया और अल्लाह पाक ने उसे नवाज दिया। इसलिए कभी भी दूसरों पर यूं नहीं करना चाहिए, क्योंकि ये यूं कर जब हम करते हैं तो ये तीन हमारी तरफ होती हैं। अल्लाह कब किसको बख्श दे ना आप जानते हैं ना हम जानते हैं। जज्बाती होना, जल्दी गुस्से में आ जाना, छोटी छोटी बातों को दिल पर लेना और जल्द रो देना, याद रखें ये एक साफ दिल इंसान की निशानी है। और एक बात और याद रखें कि हर इंसान साफ दिल नहीं होता। ये जो साफ दिल लोग होते हैं उनमें ये सब कुछ जज्बात में शिद्दत की वजह से होता है, क्योंकि इन लोगों का ताल्लुक ऐसे लोगों से होता है जो रिश्ते को दिमाग से नहीं दिल से निभाते हैं। और याद रखें, लोग दूसरों के लिए किसी नेमत से कम नहीं होते। ये वही लोग होते हैं जो दूसरों की खातिर अपना तन मन धन सब कुछ कुर्बान करने के लिए तैयार हो जाते हैं। इसलिए आपकी ज़िंदगी में अगर कोई भी ऐसा शख्स है जो अपने जज्बात का इजहार जल्दी और शिद्दत से करता है, तो ऐसे शख्स की कदर कीजिए, क्योंकि वो आपके साथ मुखलिस है, वो दिल का सच्चा है। और सच्चे इंसान की दिल से कदर करें।